ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਗੁਰੂ ਪਿਆਰੀ ਗੁਰੂ ਸਵਾਰੀ ਸਾਧ ਸੰਗਤ ਜੀ, ਆਓ ਕੁਝ ਕੁ ਸਮਾਂ ਰਲ ਮਿਲ ਕੇ ਗੁਰਮਤਿ ਵਿਚਾਰਾਂ ਦੀ ਸਾਂਝ ਪਾਈਏ। ਜੋ ਇਨਕਲਾਬ ਅਤੇ ਸੁਧਾਰਵਾਦ ਲਹਿਰ ਵਿੱਚ ਕੀ ਫਰਕ ਹੈ, ਜੋ ਆਪਾਂ ਪਹਿਲਾਂ ਵੀ ਵਿਚਾਰ ਕੀਤੀ ਹੈ ਕਿ ਸਤਿਗੁਰੂ ਨੇ ਊਚ ਨੀਚ ਜਾਤ ਪਾਤ ਛੂਤ ਛਾਤ ਇਹ ਸਭ ਕੁਰੀਤੀਆਂ ਜੋ ਸੰਸਾਰ ਵਿੱਚ ਚੱਲ ਰਹੀਆਂ ਸਨ, ਉਸ ਤੋਂ ਸੁਚੇਤ ਕੀਤਾ। ਰਾਜਿਆਂ ਮਹਾਰਾਜਿਆਂ ਨੂੰ ਆਪਣੇ ਫਰਜ਼ਾਂ ਪ੍ਰਤੀ ਸੁਚੇਤ ਕੀਤਾ। ਜ਼ੁਲਮ ਕਰਨ ਤੋਂ ਉਹਨਾਂ ਨੂੰ ਵਿਗਾਰਿਆ। ਸੋ ਇੱਥੋਂ ਤੱਕ ਆਪਾਂ ਜੋ ਪਹਿਲਾਂ ਵਿਚਾਰਾਂ ਕੀਤੀਆਂ, ਔਰ ਇਸ ਤੋਂ ਅੱਗੇ ਉਹ ਨੌਜਵਾਨ ਜਗਿਆਸੂ ਵਿਦਵਾਨ ਸਿੰਘ ਨੂੰ ਪੁੱਛਦਾ ਹੈ ਕਿ ਇਸ ਦਾ ਮਤਲਬ ਸਿੱਖ ਇਨਕਲਾਬ ਗੁਰੂ ਨਾਨਕ ਪਾਤਸ਼ਾਹ ਜੀ ਦੇ ਸਮੇਂ ਤੋਂ ਹੀ ਜ਼ੋਰ ਫੜ ਗਿਆ ਸੀ, ਜਿਨ੍ਹਾਂ ਨੇ ਪੀੜ੍ਹੀ ਦਰ ਪੀੜ੍ਹੀ ਚੱਲੀਆਂ ਆ ਰਹੀਆਂ ਵਿਚਾਰਾਂ ਨੂੰ ਤਰਕ ਤੇ ਵਿਵੇਕ ਦੇ ਆਧਾਰ 'ਤੇ ਬਦਲਣਾ ਚਾਹਿਆ। ਤਾਂ ਵਿਦਵਾਨ ਸਿੰਘ ਕਹਿਣ ਲੱਗਾ ਕਿ ਗੁਰੂ ਜੀ ਨੇ ਅਮਲੀ ਰੂਪ ਵਿੱਚ ਸਭ ਕੁਝ ਕਰਕੇ ਦਿਖਾਇਆ। ਜੋ ਕਿਹਾ ਉਸ ਨੂੰ ਕਰਕੇ ਦਿਖਾਇਆ, ਜੋ ਕੀਤਾ ਹੈ ਉਸ ਨੂੰ ਹੀ ਕਿਹਾ ਹੈ, ਜੋ ਕੀਤਾ ਹੈ ਉਸ ਨੂੰ ਬਿਆਨ ਕੀਤਾ ਹੈ, ਜੋ ਕਿਹਾ ਉਸ ਨੂੰ ਕਰਕੇ ਦਿਖਾਇਆ ਅਤੇ ਇਸ ਦਾ ਬਦਲਾਓ ਵੀ ਕਰ ਦਿੱਤਾ। ਇੱਥੋਂ ਤੱਕ ਕਿ ਅੱਗੇ ਗੁਰਗੱਦੀ ਦੇ ਵਾਰਸ ਦੀ ਜ਼ਿੰਮੇਵਾਰੀ ਆਪਣੇ ਪੁੱਤਰ ਨੂੰ ਨਹੀਂ, ਸਗੋਂ ਯੋਗਤਾ ਦੇ ਆਧਾਰ 'ਤੇ ਜੋ ਇਸ ਦੀ ਸੰਭਾਲ ਕਰ ਸਕਦਾ ਸੀ, ਜੋ ਇਸ ਨੂੰ ਅੱਗੇ ਲਿਜਾ ਸਕਦਾ ਸੀ, ਜੋ ਇਸ ਨੂੰ ਉੱਚਾ ਚੁੱਕ ਸਕਦਾ ਸੀ, ਇਸ ਨੀਂਹ ਤੋਂ ਕੰਧ ਨੂੰ ਉੱਚਾ ਚੁੱਕਣ ਵਾਸਤੇ ਜਿਹੜਾ ਇੱਕ ਕਦਮ ਚੁੱਕ ਸਕਦਾ ਸੀ, ਆਪਣੇ ਫਰਜ਼ ਸਮਝ ਸਕਦਾ ਸੀ, ਸਤਿਗੁਰੂ ਨੇ ਯੋਗਤਾ ਦੇ ਆਧਾਰ ਆਪਣੇ ਪਿਆਰੇ ਸਿੱਖ ਭਾਈ ਲਹਿਣਾ ਜੀ ਨੂੰ ਇਹ ਗੱਦੀ ਸੌਂਪੀ ਸੀ, ਜਿਨ੍ਹਾਂ ਨੇ ਗੁਰੂ ਨਾਨਕ ਵਿਚਾਰਧਾਰਾ ਨੂੰ ਹੋਰ ਵੀ ਅੱਗੇ ਪ੍ਰਚਾਰਿਆ। ਤਾਂ ਉਹ ਨੌਜਵਾਨ ਕਹਿਣ ਲੱਗਾ ਕਿ ਉਹਨਾਂ ਬਾਰੇ ਵੀ ਭਾਈ ਸਾਹਿਬ ਜੀ ਕੁਝ ਸੁਣਾਓ। ਤਾਂ ਵਿਦਵਾਨ ਸਿੰਘ ਕਹਿਣ ਲੱਗਾ ਕਿ ਗੁਰੂ ਅੰਗਦ ਸਾਹਿਬ ਜੀ ਨੇ ਬਾਣੀ ਦੀ ਸੰਭਾਲ ਕੀਤੀ, ਖਡੂਰ ਸਾਹਿਬ ਵਸਾਇਆ, ਇੱਥੇ ਗੁਰੂ ਕਾ ਲੰਗਰ ਚਲਾਇਆ, ਸਰੀਰਕ ਕਸਰਤ ਲਈ ਮੱਲ ਅਖਾੜੇ ਚਾਲੂ ਕੀਤੇ, ਗੁਰਮੁਖੀ ਲਿਪੀ ਦਾ ਪ੍ਰਚਾਰ ਕੀਤਾ, ਗੁਰੂ ਨਾਨਕ ਪਾਤਸ਼ਾਹ ਵੱਲੋਂ ਬਖਸ਼ੇ ਸਿਧਾਂਤ ਤੇ ਮਰਿਆਦਾਵਾਂ ਨੂੰ ਹੋਰ ਪੱਕਿਆਂ ਕੀਤਾ। ਇਹ ਸਮਾਂ ਸਿੱਖੀ ਦੇ ਇਨਕਲਾਬੀ ਮਹੱਲ ਦੀ ਮਜ਼ਬੂਤੀ ਦਾ ਬਹੁਤ ਵੱਡਾ ਆਧਾਰ ਬਣਿਆ। ਤੇ ਅੱਗੋਂ ਗੁਰੂ ਅਮਰਦਾਸ ਜੀ ਦਾ ਆਪਣਾ ਯੋਗਦਾਨ ਹੈ। ਤਾਂ ਨੌਜਵਾਨ ਕਹਿਣ ਲੱਗਾ ਕਿ ਉਹਨਾਂ ਨੇ ਵੀ ਗੋਬਿੰਦਵਾਲ ਸਾਹਿਬ ਵਸਾਇਆ ਸੀ, ਇਹ ਵੀ ਸੁਣਿਆ ਹੈ। ਤਾਂ ਵਿਦਵਾਨ ਸਿੰਘ ਕਹਿਣ ਲੱਗਾ ਹਾਂ, ਇਸ ਤੋਂ ਇਲਾਵਾ ਉਹਨਾਂ ਪਹਿਲੇ ਪੰਗਤ ਪਿੱਛੋਂ ਸੰਗਤ ਦੀ ਮਰਿਆਦਾ ਬਹੁਤ ਸਖਤੀ ਨਾਲ ਚਲਾਈ, ਬਹੁਤ ਸਖਤੀ ਨਾਲ ਜਿਸ ਨੂੰ ਪੱਕਿਆਂ ਕੀਤਾ। ਸੰਗਤ ਪੰਗਤ ਤੋਂ ਸਮੇਂ ਦੀ ਪ੍ਰੋਹਤ ਜਮਾਤ ਤਾਂ ਪਹਿਲਾਂ ਹੀ ਪਰੇਸ਼ਾਨ ਸੀ, ਕਿਉਂਕਿ ਉਹ ਨੀਵਿਆਂ ਦੀ ਜਾਤ ਸੰਗਤ ਵਿੱਚ, ਨੀਵੀਂ ਜਾਤ ਦੀ ਸੰਗਤ ਵਿੱਚ ਬਹਿਣਾ ਨਹੀਂ ਚਾਹੁੰਦੇ ਸਨ। ਉਹ ਨੀਵੀਆਂ ਜਾਤਾਂ ਦਾ ਪਰਛਾਵਾਂ ਨਹੀਂ ਲੈਂਦੇ ਸਨ, ਉਹ ਨੀਵੀਆਂ ਜਾਤੀਆਂ ਵਾਲਿਆਂ ਦੇ ਮੱਥੇ ਨਹੀਂ ਲੱਗਣਾ ਚਾਹੁੰਦੇ ਸਨ। ਇਸ ਕਰਕੇ ਸਤਿਗੁਰੂ ਨੇ ਉਹਨਾਂ ਦੇ ਅਭਿਮਾਨ ਨੂੰ, ਉੱਚ ਜਾਤੀਆਂ ਦੇ ਅਭਿਮਾਨ ਨੂੰ ਤੋੜਨ ਵਾਸਤੇ ਸਭ ਨੂੰ ਇੱਕ ਪੰਗਤ ਵਿੱਚ ਬਿਠਾ ਕੇ ਜੋ ਲੰਗਰ ਛਕਾਉਣ ਦੀ ਇਹ ਰੀਤ ਚਲਾਈ, ਉਸ ਨੂੰ ਸਖਤੀ ਨਾਲ ਪੱਕਿਆਂ ਕੀਤਾ। ਪਹਿਲੇ ਪੰਗਤ ਪਾਛੇ ਸੰਗਤ ਦੀ ਮਰਿਆਦਾ ਚਲਾਈ ਸੀ। ਸੰਗਤ ਪੰਗਤ ਦੇ ਸਮੇਂ ਦੀ ਪ੍ਰੋਹਤ ਜਮਾਤ ਤਾਂ ਪਹਿਲਾਂ ਹੀ ਪਰੇਸ਼ਾਨ ਸੀ। ਵੱਡੀ ਗੱਲ ਕਿ ਇੱਥੇ ਅਕਬਰ ਵਰਗੇ ਬਾਦਸ਼ਾਹ ਨੇ ਵੀ ਪੰਗਤ ਵਿੱਚ ਬੈਠ ਕੇ ਲੰਗਰ ਛਕਿਆ। ਗੁਰੂ ਜੀ ਨੇ ਸਤੀ ਦੇ ਪਰਦੇ ਦੀਆਂ
ਸਮਾਜਿਕ ਰਸਮਾਂ ਬਣ ਚੁੱਕੀਆਂ ਕੁਰੀਤੀਆਂ ਨੂੰ ਵੀ ਸਮਾਜ ਵਿੱਚੋਂ ਦੂਰ ਕਰਨ ਲਈ ਥਾਂ ਥਾਂ 'ਤੇ ਪ੍ਰਚਾਰ ਕੀਤਾ। ਉਸਨੇ ਜ਼ੋਰ ਦੇ ਕੇ ਸਤੀ ਪ੍ਰਥਾ ਨੂੰ ਵੀ ਖਤਮ ਕੀਤਾ। ਇਸੇ ਤਰ੍ਹਾਂ ਸਿੱਖੀ ਦੇ ਪ੍ਰਚਾਰ ਲਈ 22 ਮੰਜੀਆਂ ਭਾਵ ਕਿ ਸਿੱਖੀ ਦੇ ਪ੍ਰਚਾਰਕ ਕੇਂਦਰ ਸਥਾਪਿਤ ਕੀਤੇ। ਅੱਗੋਂ ਰਾਮਦਾਸ ਜੀ ਨੂੰ ਜ਼ਿੰਮੇਵਾਰੀ ਸੌਂਪੀ ਤੇ ਭਾਈ ਸਾਹਿਬ ਉਹਨਾਂ ਨੇ ਫਿਰ ਅੰਮ੍ਰਿਤਸਰ ਸ਼ਹਿਰ ਵੀ ਵਸਾਇਆ। ਤਾਂ ਵਿਦਵਾਨ ਸਿੰਘ ਲੱਗਾ ਹਾਂ, ਉਹਨਾਂ ਨੇ ਸਾਂਝੇ ਸਰੋਵਰ ਬਣਾਏ ਤੇ ਅੰਮ੍ਰਿਤਸਰ ਸ਼ਹਿਰ ਵਸਾਇਆ। ਵੱਡੀ ਗੱਲ ਕਿ ਵੱਖ-ਵੱਖ 52 ਕਿੱਤਿਆਂ ਦੇ ਲੋਕਾਂ ਨੂੰ ਇੱਕ ਥਾਂ 'ਤੇ ਇਕੱਠੇ ਕੀਤਾ। ਇਹਦੇ ਨਾਲ ਜਿੱਥੇ ਸਮਾਜ ਦਾ ਵਪਾਰਕ ਪੱਖ ਵਧਿਆ, ਉੱਥੇ ਊਚ ਨੀਚ ਦੇ ਭੇਦ ਭਾਵਾਂ ਤੋਂ ਉੱਪਰ ਉੱਠ ਕੇ ਲੋਕਾਂ ਵਿੱਚ ਭਰਾਤਰੀ ਭਾਵ ਕਿ ਭਰਾਵਾਂ ਵਾਲਾ ਪਿਆਰ ਵਧਿਆ, ਭਰਾਵਾਂ ਵਾਲੀ ਨੇੜਤਾ ਹੋਈ। ਤਾਂ ਗੁਰੂ ਜੀ ਨੇ ਗੁਰਮਤਿ ਅਨੁਸਾਰ ਕਈ ਰੀਤਾਂ ਰਸਮਾਂ ਪੱਕੀਆਂ ਕੀਤੀਆਂ ਤੇ ਸਿੱਖੀ ਦੇ ਪ੍ਰਚਾਰ ਲਈ ਮਸੰਦ ਵੀ ਥਾਪੇ। ਤਾਂ ਨੌਜਵਾਨ ਕਹਿਣ ਲੱਗਾ ਤੇ ਅੱਗੋਂ ਸ਼ਹੀਦਾਂ ਦੇ ਸਰਤਾਜ ਗੁਰੂ ਅਰਜਨ ਸਾਹਿਬ ਦੀ ਮਹਿਮਾ ਵੀ ਨਿਆਰੀ ਹੈ ਜੀ, ਉਹਦੇ ਬਾਰੇ ਵੀ ਕੁਝ ਦੱਸੋ। ਤਾਂ ਵਿਦਵਾਨ ਸਿੰਘ ਕਹਿਣ ਲੱਗਾ ਕਿ ਉਹਨਾਂ ਦਾ ਹਰਿਮੰਦਰ ਸਾਹਿਬ ਦੀ ਉਸਾਰੀ ਕਰਵਾਉਣਾ, ਇਸ ਦੇ 4 ਦਰਵਾਜ਼ੇ 4 ਦਿਸ਼ਾਵਾਂ ਦੇ 4 ਵਰਨਾਂ ਲਈ ਖੁੱਲ੍ਹੇ ਰੱਖਣਾ ਬੜੀ ਮਹਾਨਤਾ ਰੱਖਦੀ ਹੈ। ਇਹ ਇੱਕ ਬਹੁਤ ਵੱਡੀ ਮਹਾਨਤਾ ਹੈ ਕਿ 4 ਵਰਨਾਂ ਲਈ ਚਾਰੇ ਦਰਵਾਜ਼ੇ ਖੁੱਲ੍ਹੇ ਹਨ ਭਾਈ, ਜਦੋਂ ਕੋਈ ਮਰਜ਼ੀ ਜਿਹੜੀ ਜਾਤ ਦਾ ਮਰਜ਼ੀ ਆ ਸਕਦਾ ਹੈ। ਇੱਥੇ ਇੱਕ ਗੱਲ ਇਹ ਵੀ ਸਮਝਣੀ ਜ਼ਰੂਰੀ ਹੈ ਕਿ ਹਿੰਦੂ ਪੂਰਬ ਦਿਸ਼ਾ ਅਤੇ ਮੁਸਲਮਾਨ ਪੱਛਮ ਦਿਸ਼ਾ ਨੂੰ ਪੂਜਣ ਦੀ ਦਿਸ਼ਾ ਮੰਨਦੇ ਹਨ ਅਤੇ ਸਿੱਖ ਇਨਕਲਾਬ ਨੇ ਦਿਸ਼ਾਵਾਂ ਦੇ ਭਰਮ ਸਾਰੇ ਹੀ ਖਤਮ ਕਰ ਦਿੱਤੇ। ਇਸੇ ਤਰ੍ਹਾਂ ਗੁਰੂ ਗ੍ਰੰਥ ਸਾਹਿਬ ਜੀ ਦੀ ਸੰਪਾਦਨਾ ਕਰਦੇ ਸਮੇਂ ਗੁਰਮਤਿ ਅਨੁਸਾਰੀ ਹੋਰਨਾਂ ਪੀਰਾਂ ਫਕੀਰਾਂ ਦੀ ਬਾਣੀ ਨੂੰ ਬਰਾਬਰ ਮਹਾਨਤਾ ਦੇਣੀ ਇਨਕਲਾਬ ਤੋਂ ਘੱਟ ਨਹੀਂ ਹੈ। ਜਿਨ੍ਹਾਂ ਨੀਵੀਂ ਜਾਤੀ ਵਾਲਿਆਂ ਨੂੰ ਨੀਵੀਆਂ ਜਾਤੀਆਂ ਨੂੰ ਇਹ ਉੱਚੀਆਂ ਜਾਤੀਆਂ ਵਾਲੇ ਮੱਥੇ ਨਹੀਂ ਲਾਉਣਾ ਚਾਹੁੰਦੇ ਸਨ, ਨੀਚ ਜਾਤ ਸਮਝ ਕੇ ਦੁਰਕਾਰ ਦਿੰਦੇ ਸਨ, ਤਾਂ 5ਵੇਂ ਪਾਤਸ਼ਾਹ ਧੰਨ ਧੰਨ ਗੁਰੂ ਅਰਜਨ ਸਾਹਿਬ ਜੀ ਮਹਾਰਾਜ ਨੇ ਉਹਨਾਂ ਨੂੰ ਬਰਾਬਰਤਾ ਦਿੱਤੀ, ਉਹਨਾਂ ਦੀ ਬਾਣੀ ਨੂੰ ਇਕੱਠਿਆਂ ਕੀਤਾ। ਗੁਰੂ ਗ੍ਰੰਥ ਸਾਹਿਬ ਜੀ ਦੀ ਸੰਪਾਦਨਾ ਕਰਦੇ ਸਮੇਂ ਗੁਰਮਤਿ ਅਨੁਸਾਰੀ ਹੋਰਨਾਂ ਪੀਰਾਂ ਫਕੀਰਾਂ ਦੀ ਬਾਣੀ ਨੂੰ ਬਰਾਬਰ ਮਹਾਨਤਾ ਦੇਣੀ ਇਨਕਲਾਬ ਤੋਂ ਭਾਈ ਇਹ ਘੱਟ ਨਹੀਂ, ਇਹ ਹੀ ਇੱਕ ਇਨਕਲਾਬ ਹੈ ਜਿਸ ਵਿੱਚ ਸਾਰਿਆਂ ਨੂੰ ਬਰਾਬਰਤਾ ਮਿਲਦੀ ਹੈ। ਜਿੱਥੇ ਵਰਨ ਵੰਡ ਦਾ ਜਕੜਿਆ ਸਮਾਜ ਕਬੀਰ ਤੇ ਨਾਮਦੇਵ ਜੈਸੇ ਰੱਬੀ ਭਗਤਾਂ ਨੂੰ ਸਖਤ ਸਜ਼ਾਵਾਂ ਦਿੰਦਾ ਰਿਹਾ, ਉੱਥੇ ਉਹਨਾਂ ਭਗਤਾਂ ਦੀ ਬਾਣੀ ਦਰਜ ਕਰਕੇ ਸਮੇਂ ਦੇ ਭੁਲੱਕੜ ਮਨਾਂ ਨੂੰ ਸਮਝਾਇਆ ਕਿ ਸਾਰੇ ਮਨੁੱਖ ਭਾਈ ਇੱਕ ਪਰਮਾਤਮਾ ਦੀ ਸੰਤਾਨ ਹੈ, ਸਾਰੀ ਸ੍ਰਿਸ਼ਟੀ ਇੱਕ ਪਰਮਾਤਮਾ ਨੇ ਹੀ ਸਿਰਜੀ ਹੈ, ਸਾਰਿਆਂ ਦੇ ਵਿੱਚ ਉਹ ਇੱਕ ਦਾ ਹੀ ਵਾਸਾ ਹੈ। ਘਟ ਘਟ ਮੈਂ ਹਰ ਜੂ ਬਸੈ, ਕਿ ਘਟ ਘਟ ਦੇ ਵਿੱਚ ਉਹ ਪ੍ਰਭੂ ਪਰਮਾਤਮਾ ਆਪ ਹੀ ਵਸ ਰਿਹਾ ਹੈ। ਉਹਨਾਂ ਗੁਰਮਤਿ ਵਿਚਾਰਧਾਰਾ ਦੇ ਪਰਪੱਕ ਰਹਿੰਦਿਆਂ ਜਹਾਂਗੀਰ ਵਰਗੇ ਜ਼ਾਲਮ ਬਾਦਸ਼ਾਹ ਦੀ ਈਨ ਨਹੀਂ ਮੰਨੀ, ਸਗੋਂ ਸ਼ਹਾਦਤ ਦੇ ਕੇ ਕੌਮੀ ਵਾਰਸਾਂ ਦੇ ਮਨਾਂ 'ਚੋਂ ਮੌਤ ਦਾ ਵੀ ਭੈ ਦੂਰ ਕਰ ਦਿੱਤਾ, ਡਰ ਦੂਰ ਕਰ ਦਿੱਤਾ। ਤਾਂ ਫਿਰ ਉਹ ਜਗਿਆਸੂ ਕਹਿਣ ਲੱਗਾ ਕਿ ਫਿਰ ਤਾਂ ਜੀ ਮੀਰੀ ਪੀਰੀ ਦੇ ਮਾਲਕ ਗੁਰੂ ਹਰਗੋਬਿੰਦ ਸਾਹਿਬ ਨੇ ਸਿੱਖ ਇਨਕਲਾਬ 'ਚ ਹੋਰ ਵੀ ਰੰਗਤ ਲਿਆਂਦੀ ਹੋਣੀ ਹੈ। ਤਾਂ ਵਿਦਵਾਨ ਸਿੰਘ ਕਹਿਣ ਲੱਗਾ ਕਿ ਉਹਨਾਂ ਭਗਤੀ ਤੇ ਸ਼ਕਤੀ ਦਾ ਸੁਮੇਲ ਕੀਤਾ, ਸੰਤ ਨੂੰ ਸਿਪਾਹੀ ਵੀ ਬਣਾਇਆ ਕਿ ਭਾਈ ਜਿੱਥੇ ਸਾਨੂੰ ਭਗਤੀ ਦੀ ਲੋੜ ਹੈ ਉੱਥੇ ਸਾਨੂੰ ਸਿਪਾਹੀ ਬਣਨਾ ਵੀ ਬਹੁਤ ਜ਼ਰੂਰੀ ਹੈ। ਵਕਤ ਦੇ ਸਮੇਂ ਦੇ ਨਾਲ ਇਹ ਵੀ ਬਹੁਤ ਜ਼ਰੂਰੀ ਹੈ। ਵਕਤ ਦੀ ਹਕੂਮਤ ਦੀਆਂ ਜਬਰੀ ਬੰਦਸ਼ਾਂ ਨੂੰ ਠੁਕਰਾ ਕੇ ਉਹਨਾਂ ਵੱਲੋਂ ਤਖਤਾਂ ਦੀ ਸਿਰਜਣਾ, ਨਗਾਰੇ ਦੀ ਚੋਟ, ਘੋੜਿਆਂ ਤੇ ਸ਼ਸਤਰਾਂ ਦੀ ਭੇਟਾ ਖੁਸ਼ ਹੋ ਕੇ ਪ੍ਰਵਾਨ ਕਰਨੀ, ਕਲਗੀ ਸਜਾਉਣੀ, ਬਾਦਸ਼ਾਹਾਂ ਵਾਲਾ ਪਹਿਰਾਵਾ ਪਹਿਨਣਾ, ਘੋੜੇ ਦੀ ਸਵਾਰੀ ਕਰਨੀ, ਸ਼ਿਕਾਰ ਖੇਡਣਾ, ਤਿਆਰ ਬਰ ਤਿਆਰ ਫੌਜ ਰੱਖਣੀ,
ਵੀਰ ਰਸੀ ਵਾਰਾਂ ਤੇ ਸਮੇਂ ਦੇ ਹੁਕਮਰਾਨਾਂ ਨੂੰ ਵੀ ਸਿੱਧੀ ਵੰਗਾਰ ਸੀ। ਉੱਥੇ ਸਿੱਖ ਇਨਕਲਾਬ ਦਾ ਦਾਇਰਾ ਹੋਰ ਬਹੁਤ ਵੱਡਾ ਤੇ ਮਜ਼ਬੂਤ ਹੋਇਆ। ਤਾਂ ਫਿਰ ਉਹ ਨੌਜਵਾਨ ਕਹਿਣ ਲੱਗਾ ਕਿ ਅੱਗੇ ਗੁਰੂ ਹਰਿਰਾਏ ਸਾਹਿਬ ਜੀ ਬਾਰੇ ਵੀ ਮੈਂ ਬਹੁਤਾ ਤਾਂ ਨਹੀਂ ਜਾਣਦਾ, ਕਿਰਪਾ ਕਰਕੇ ਦੱਸਣਾ ਕਰੋ ਜੀ। ਤਾਂ ਵਿਦਵਾਨ ਸਿੰਘ ਕਹਿਣ ਲੱਗਾ ਕਿ ਗੁਰੂ ਹਰਿਰਾਏ ਸਾਹਿਬ 17 ਸਾਲ ਦੇ ਕਰੀਬ ਗੁਰਗੱਦੀ ਦੇ ਵਾਰਸ ਰਹੇ। ਉਹਨਾਂ ਨੇ 2200 ਘੋੜ ਸਵਾਰਾਂ ਦੀ ਤਿਆਰ ਬਰ ਤਿਆਰ ਫੌਜ ਰੱਖੀ। ਕੀਰਤਪੁਰ ਵਿਖੇ ਜੜੀਆਂ ਬੂਟੀਆਂ ਦਾ ਦਵਾਖਾਨਾ ਵੀ ਚਲਾਇਆ ਤੇ ਮਾਲਵੇ ਦੇ ਇਲਾਕੇ ਵਿੱਚ ਸਿੱਖੀ ਦਾ ਪ੍ਰਚਾਰ ਕੀਤਾ। ਉਹਨਾਂ ਅੱਗੋਂ ਆਪਣੇ ਪੁੱਤਰ ਹਰਕ੍ਰਿਸ਼ਨ ਜੀ ਨੂੰ ਗੱਦੀ ਦੀ ਜ਼ਿੰਮੇਵਾਰੀ ਸੌਂਪੀ। ਤਾਂ ਫਿਰ ਨੌਜਵਾਨ ਕਹਿਣ ਲੱਗਾ ਕਿ ਗੁਰੂ ਹਰਕ੍ਰਿਸ਼ਨ ਜੀ ਤਾਂ ਸਭ ਤੋਂ ਛੋਟੀ ਉਮਰ ਦੇ ਗੁਰੂ ਹੋਏ ਨੇ। ਤਾਂ ਵਿਦਵਾਨ ਸਿੰਘ ਕਹਿਣ ਲੱਗਾ ਕਿ ਸਿੱਖੀ ਵਿੱਚ ਉਮਰ ਨਹੀਂ, ਉਮਰ ਦੀ ਕੋਈ ਥਾਂ ਨਹੀਂ। ਸਿੱਖੀ ਧਰਮ ਵਿੱਚ ਉਮਰ ਨੂੰ ਕੋਈ ਥਾਂ ਨਹੀਂ। ਕਰਮ ਪ੍ਰਧਾਨ ਹੈ ਕਿ ਉਹ ਕੰਮ ਕੀ ਕਰਦਾ ਹੈ, ਉਹਦੀ ਸੋਚ ਕਿਹੋ ਜਿਹੀ ਹੈ, ਉਹ ਇਸ ਨੂੰ ਨਿਭਾ ਸਕਦਾ ਹੈ ਕਿ ਨਹੀਂ। ਸਿੱਖ ਧਰਮ ਦੇ ਵਿੱਚ ਭਾਈ ਇੱਥੇ ਕਰਮ ਪ੍ਰਧਾਨ ਹੈ, ਉਮਰ ਪ੍ਰਧਾਨ ਨਹੀਂ। ਉਹਨਾਂ ਦੀ ਦ੍ਰਿੜਤਾ ਇੰਨੀ ਸੀ ਕਿ ਔਰੰਗਜ਼ੇਬ ਵਰਗੇ ਬਾਦਸ਼ਾਹ ਨੂੰ ਦਰਸ਼ਨ ਦੇਣ ਤੋਂ ਇਨਕਾਰ ਕਰ ਦੇਣਾ, ਭਾਵੇਂ ਉਮਰ ਛੋਟੀ ਸੀ। ਪਰ ਇੱਕ ਬਾਦਸ਼ਾਹ ਨੂੰ ਜਵਾਬ ਦੇ ਦੇਣਾ, ਉਸ ਨੂੰ ਦਰਸ਼ਨ ਦੇਣ ਤੋਂ ਇਨਕਾਰ ਕਰ ਦੇਣਾ, ਇਹ ਉਮਰ ਮੈਨੇ ਨਹੀਂ ਰੱਖਦੀ। ਇਤਿਹਾਸ ਵਿੱਚ ਆਉਂਦਾ ਹੈ ਕਿ ਸਧਾਰਨ ਵਿਅਕਤੀ ਛੱਜੂ ਝੀਵਰ ਪਾਸੋਂ ਗੀਤਾ ਦੇ ਅਰਥ ਕਰਵਾ ਕੇ ਇੱਕ ਹੰਕਾਰੀ ਪੰਡਤ ਦਾ ਹੰਕਾਰ ਦੂਰ ਕੀਤਾ ਸੀ। ਸਮਾਜ ਨੂੰ ਵਰਨਾ ਜਾਤਾਂ ਤੋਂ ਹਉਮੈਵਾਦੀਆਂ ਦੇ ਘੇਰੇ 'ਚੋਂ ਕੱਢ ਕੇ ਸਧਾਰਨ ਮਨੁੱਖਾਂ ਵਿੱਚ ਵਿਦਵਾਨਾਂ ਵਾਲੇ ਗੁਣ ਭਰ ਦੇਣੇ ਸਿੱਖ ਇਨਕਲਾਬ ਦੀ ਹੀ ਦੇਣ ਹੈ। ਅੱਗੇ ਫਿਰ ਗੁਰੂ ਤੇਗ ਬਹਾਦਰ ਜੀ ਦਾ ਜੀਵਨ ਇਤਿਹਾਸ ਹੋਰ ਕਰਵਟ ਬਦਲਦਾ ਹੈ। ਤਾਂ ਜੋ ਨੌਜਵਾਨ ਕਹਿਣ ਲੱਗਾ ਕਿ ਤਾਈਓ ਤਾਂ ਕਿਹਾ ਜਾਂਦਾ ਹੈ ਕਿ ਗੁਰੂ ਤੇਗ ਬਹਾਦਰ ਹਿੰਦ ਦੀ ਚਾਦਰ। ਤਾਂ ਵਿਦਵਾਨ ਸਿੰਘ ਕਹਿਣ ਲੱਗਾ ਕਿ ਗੁਰੂ ਜੀ ਦਾ ਫਰਮਾਨ ਹੈ, ਭੈ ਕਾਹੂ ਕੋ ਦੇਤ ਨ ਹੈ, ਨਹਿ ਭੈ ਮਾਨਤ ਆਨ। ਕਿ ਇੱਥੇ ਆ ਕੇ ਸਿੱਖ ਇਨਕਲਾਬ ਹਰ ਇਨਸਾਨ ਨੂੰ ਆਪਾ ਚੀਨਣ ਲਈ ਪ੍ਰੇਰਦਾ ਹੈ ਕਿ ਭਾਈ ਕਿਸੇ ਨੂੰ ਡਰ ਦੇਣਾ ਵੀ ਨਹੀਂ ਤੇ ਕਿਸੇ ਦਾ ਡਰ ਮੰਨਣਾ ਵੀ ਨਹੀਂ। ਗੁਰੂ ਜੀ ਨੇ ਜਿੱਥੇ ਦੂਰ ਦੂਰ ਜਾ ਕੇ ਸਿੱਖੀ ਦਾ ਪ੍ਰਚਾਰ ਕੀਤਾ, ਉੱਥੇ ਉਹਨਾਂ ਦੀ ਮਹਾਨ ਕੁਰਬਾਨੀ ਧਰਮ ਨਿਰਪੱਖਤਾ ਤੇ ਮਜਲੂਮਾਂ ਦੀ ਰੱਖਿਆ ਦੀ ਮੂੰਹ ਬੋਲ ਦੀ ਤਸਵੀਰ ਹੈ ਅਤੇ ਭੈ ਭੀਤ ਹੋਏ ਮਨਾਂ 'ਚੋਂ ਮੌਤ ਦਾ ਡਰ ਦੂਰ ਕਰਦੀ ਹੈ। ਗੁਰੂ ਜੀ ਦੇ 3 ਸਿਦਕੀ ਸਿੱਖਾਂ ਦਾ ਉਹਨਾਂ ਨਾਲ ਸ਼ਹੀਦ ਹੋਣਾ ਤੇ ਫਿਰ ਸਿਦਕੀ ਸਿੱਖਾਂ ਦਾ ਧੜ ਤੇ ਸੀਸ ਚੁੱਕਣ ਦੀ ਜੁਰਤ ਕਰਨਾ, ਸਧਾਰਨ ਲੋਕਾਈ ਦੇ ਮਨਾਂ 'ਚੋਂ ਉੱਠਿਆ ਉਹ ਜਜ਼ਬਾ ਅਤੇ ਜਿਸ ਨਾਲ ਅੱਗੇ ਜਾ ਕੇ ਨਿਆਰਾ ਖਾਲਸਾ ਵਿਸ਼ਵ ਦੇ ਨਕਸ਼ੇ 'ਤੇ ਬਿਲਕੁਲ ਹੀ ਵੱਖਰਾ ਹੋ ਜਾਂਦਾ ਹੈ। ਫਿਰ ਨੌਜਵਾਨ ਕਹਿਣ ਲੱਗਾ ਕਿ ਠੀਕ ਆ ਜੀ, 10ਵੇਂ ਪਾਤਸ਼ਾਹ ਵੱਲੋਂ ਸੰਪੂਰਨ ਸਿੱਖ ਦੀ ਘਾਟ ਘੜਨਾ ਤੇ ਨਵੇਕਲਾ ਖਾਲਸਾਈ ਸਰੂਪ ਬਿਲਕੁਲ ਹੀ ਬਦਲਾਓ ਹੈ। ਤਾਂ ਵਿਦਵਾਨ ਸਿੰਘ ਕਹਿਣ ਲੱਗਾ ਕਿ ਖਾਲਸਾ ਪੰਥ ਦੀ ਸਾਜਨਾ ਸਭ ਬੰਧਨਾਂ ਦੀਆਂ ਦੀਵਾਰਾਂ ਤੋੜ ਦਿੰਦੀ ਹੈ। ਜਦੋਂ ਹਰ ਅੰਮ੍ਰਿਤ ਅਭਿਲਾਖੀ ਨੂੰ ਅੰਮ੍ਰਿਤ ਛਕਾ ਕੇ ਇਹ ਉਪਦੇਸ਼ ਦ੍ਰਿੜ ਕਰਵਾਇਆ ਜਾਂਦਾ ਹੈ ਕਿ ਅੱਜ ਤੋਂ ਤੇਰੀ ਪਿਛਲੀ ਕੁੱਲ ਨਾਸ ਹੋਈ, ਕਰਮ ਤੇਰਾ ਨਾਸ ਹੋਇਆ, ਕਿਰਤ ਤੇਰੀ ਨਾਸ ਹੋਈ, ਧਰਮ ਤੇਰਾ ਨਾਸ ਹੋਇਆ, ਤੂੰ ਕੇਵਲ ਤੇ ਕੇਵਲ ਇੱਕ ਖਾਲਸਾ ਹੈ। ਪਰਮਾਤਮਾ ਦੀ ਮੌਜ ਵਿੱਚ ਖੰਡੇ ਦੀ ਧਾਰ ਵਿੱਚੋਂ ਪ੍ਰਗਟਿਆ ਤੂੰ ਇੱਕ ਖਾਲਸਾ ਹੈ, ਖਾਲਸਾ ਹੈ। ਅੱਜ ਤੋਂ ਤੇਰੀ ਨਵੀਂ ਜ਼ਿੰਦਗੀ ਸ਼ੁਰੂ ਹੁੰਦੀ ਹੈ। ਤੇਰਾ ਕੋਈ ਧਰਮ ਨਹੀਂ, ਤੇਰੀ ਕੋਈ ਜਾਤ ਨਹੀਂ, ਤੇਰੀ ਕੋਈ ਪਾਤ ਨਹੀਂ, ਤੇਰਾ ਕੋਈ ਹੋਰ ਕਰਮ ਨਹੀਂ। ਤੂੰ ਸਿਰਫ ਵਾਹਿਗੁਰੂ ਦਾ ਹੈ, ਉਸੇ ਦੀ ਹੀ ਫਤਿਹ ਹੋਣੀ ਹੈ,
ਉਸੇ ਵਾਹਿਗੁਰੂ ਦੀ ਹੀ ਫਤਿਹ ਹੋਣੀ ਹੈ। ਤੂੰ ਵਾਹਿਗੁਰੂ ਦਾ ਹੈ ਤੇ ਵਾਹਿਗੁਰੂ ਤੇਰਾ ਹੈ। ਵਾਹਿਗੁਰੂ ਜੀ ਕਾ ਖਾਲਸਾ ਤੇ ਵਾਹਿਗੁਰੂ ਜੀ ਕੀ ਫਤਿਹ, ਇਹ ਸਾਨੂੰ ਨਾਅਰਾ ਦਿੱਤਾ ਹੈ। ਤੂੰ ਵਾਹਿਗੁਰੂ ਦਾ ਨਾਮ ਸਿਮਰਨਾ ਹੈ ਤੇ ਉਹਦੀ ਰਜ਼ਾ ਵਿੱਚ ਰਹਿਣਾ ਹੈ। ਪੰਜ ਕਕਾਰਾਂ ਦਾ ਪਹਿਨਣਾ ਜ਼ਰੂਰੀ ਹੈ। ਪੰਚ ਪ੍ਰਧਾਨੀ ਵਿਚਾਰਧਾਰਾ ਦਾ ਪਸਾਰ, ਬਾਣੀ ਬਾਣੇ ਦੀ ਪ੍ਰਪੱਕਤਾ, ਚਰਨ ਪਹੁਲ ਦੀ ਥਾਂ ਖੰਡੇ ਦੀ ਪਹੁਲ, ਸੰਤ ਸਿਪਾਹੀ ਦਾ ਨਿਆਰਾ ਰੂਪ, ਨਿਆਰਾ ਸਰੂਪ, ਸਮਾਜ ਵਿੱਚ ਦੁਰਕਾਰੇ ਨਿਮਾਣਿਆਂ ਤੇ ਨਿਤਾਣਿਆਂ ਦਾ, ਸ਼ਾਸਤਰ ਤੇ ਸ਼ਾਸਤਰਾਂ ਦਾ ਮਾਹਰ ਹੋ ਜਾਣਾ, ਗਰੀਬ ਸਿੰਘਨ ਕੋ ਦੇਹੂ ਪਾਤਸ਼ਾਹੀ ਦੇ ਕੀਤੇ ਹੋਏ ਬਚਨਾਂ ਦਾ ਪੂਰਾ ਹੋਣਾ। ਤਕਰੀਬਨ 239 ਸਾਲਾਂ ਵਿੱਚ ਸਿੱਖ ਇਨਕਲਾਬ ਨੇ ਸਮਾਜ ਦੇ ਜਰਜਰੇ ਹੋ ਚੁੱਕੇ ਪੁਰਾਤਨ ਢਾਂਚੇ ਨੂੰ ਮੂਲੋਂ ਹੀ ਬਦਲ ਕੇ ਰੱਖ ਦਿੱਤਾ, ਜਿਸ ਨੂੰ ਨਿਆਰਾ ਖਾਲਸਾ ਕਹਿ ਕੇ ਸਤਿਕਾਰਿਆ ਗਿਆ ਤੇ ਸਤਿਕਾਰਿਆ ਜਾਂਦਾ ਰਹੇਗਾ। ਸੋ ਗੁਰੂ ਪਿਆਰਿਓ, ਇਹ ਸੀ ਕੁਝ ਕੁ ਵਿਚਾਰਾਂ ਜੋ ਆਪਾਂ ਇਨਕਲਾਬ ਤੇ ਸੁਧਾਰਵਾਦ ਲਹਿਰ ਬਾਰੇ ਸਾਂਝੀਆਂ ਕੀਤੀਆਂ। ਸੋ ਵਿਚਾਰਾਂ ਕਰਦਿਆਂ ਹੋਈਆਂ ਬੇਅੰਤ ਭੁੱਲਾਂ ਗਲਤੀਆਂ ਨੂੰ ਸਤਿਗੁਰੂ ਤੇ ਸਤਿਗੁਰੂ ਕੀ ਸੰਗਤ ਬਖਸ਼ਣਯੋਗ ਹੁੰਦੀ। ਬਖਸ਼ ਲੈਣਾ ਜੀ ਅੱਗੇ ਵਾਸਤੇ ਸਮਤ ਬਖਸ਼ਣ ਸਤਿਗੁਰੂ, ਕਿਰਪਾ ਕਰਕੇ ਸੇਵਾ ਲੈਂਦੇ ਰਹਿਣ। ਸੋ ਇਸ ਤੋਂ ਅੱਗੇ ਕੁਝ ਕੁ ਵਿਚਾਰਾਂ ਆਪਾਂ ਹੋਰ ਸਾਂਝੀਆਂ ਕਰਾਂਗੇ। ਸਤਿਗੁਰੂ ਕਿਰਪਾ ਕਰਕੇ ਸਮਾਂ ਬਖਸ਼ਣ। ਫਤਿਹ ਦੀ ਸਾਂਝ ਪਾਈਏ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।